हेलो स्टूडेंट्स। ਅੱਜ ਅਸੀਂ ਕਰਾਂਗੇ ਇਸ ਵੀਡੀਓ ਦੇ ਵਿੱਚ ਚੈਪਟਰ 5 ਰੂਲਰਸ ਐਂਡ ਬਿਲਡਿੰਗਸ। ਇਹ ਸਾਡਾ ਹਿਸਟਰੀ ਦਾ ਚੈਪਟਰ ਆ, ਚੈਪਟਰ 5। ਇਸ ਵੀਡੀਓ ਦੇ ਵਿੱਚ ਅਸੀਂ ਜਸਟ ਅੱਜ ਇੰਟਰੋਡਕਸ਼ਨ ਕਰਾਂਗੇ ਇਸ ਚੈਪਟਰ ਦੀ ਕਿ ਉਸ ਸਮੇਂ ਦੇ ਜਿਹੜੇ ਰੂਲਰ ਸੀਗੇ। ਇਹ ਜਿਹੜਾ ਚੈਪਟਰ ਆ ਖਾਸ ਕਰਕੇ ਇਹ ਮੁਗਲ ਰੂਲਰਸ ਦੇ ਨਾਲ ਰਿਲੇਟਡ ਆ ਔਰ ਉਹਨਾਂ ਨੇ ਜਿਹੜੀਆਂ ਬਿਲਡਿੰਗਸ ਬਣਵਾਈਆਂ ਮੁਗਲਸ ਰੂਲਰਸ ਨੇ ਉਹਨਾਂ ਬਾਰੇ ਇਹ ਚੈਪਟਰ ਆ ਕਿ ਉਹ ਕਿਹੜੇ ਰੂਲਰਸ ਹਨ ਔਰ ਕਿਹੜੇ ਰੂਲਰਸ ਨੇ ਕਿਹੜੀਆਂ ਬਿਲਡਿੰਗਸ ਜਿਹੜੀਆਂ ਆ ਉਸ ਸਮੇਂ 'ਤੇ ਬਣਾਈਆਂ। ਸੋ ਉਹਦੇ ਬਾਰੇ ਅਸੀਂ ਅੱਜ ਕੁਛ ਇੰਟਰੋਡਕਸ਼ਨ ਜਿਹੜੀ ਆ ਉਹ ਪੜ੍ਹਾਂਗੇ। ਇੱਕ ਪਿਕਚਰ ਜਿਹੜੀ ਆ ਸਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਆ ਤੁਹਾਨੂੰ ਦਿਖਾਈ ਦੇ ਰਹੀ ਆ, ਇਹ ਤੁਹਾਡੀ ਬੁੱਕ ਦੇ ਉੱਪਰ ਜਿਹੜੀ ਆ ਇਹ ਪਿਕਚਰ ਜਿਹੜੀ ਆ ਕੁਤਬ ਮੀਨਾਰ ਦੀ ਆ। ਠੀਕ ਆ, ਤੁਸੀਂ ਸਾਰੇ ਇਸ ਬਿਲਡਿੰਗ ਬਾਰੇ ਪਹਿਲਾਂ ਵੀ ਕਾफ़ी ਵਾਰ ਸੁਣ ਚੁੱਕੇ ਹੋ। ਦ ਕੁਤਬ ਮੀਨਾਰ ਇਜ਼ ਦਾ 5 ਸਟੋਰੀਜ਼ ਹਾਈ। 5 ਇਹਦੀਆਂ ਜਿਹੜੀਆਂ ਬਿਲਡਿੰਗਸ ਨੇ, 5 ਸਟੋਰੀ ਜਿਹੜੀ ਇਹ ਬਿਲਡਿੰਗ ਆ ਕੁਤਬ ਮੀਨਾਰ। ਦ ਬੈਂਡ ਆਫ ਇਨਸਕ੍ਰਿਪਸ਼ਨ ਯੂ ਸੀ ਆਰ ਅੰਡਰ ਇਟਸ ਫਸਟ ਬਾਲਕਨੀ। ਇਹਦੀ ਜਿਹੜੀ ਫਸਟ ਬਾਲਕਨੀ ਦੇ ਉੱਪਰ ਜਿਹੜੀਆਂ ਨੇ ਕੁਛ ਇਨਸਕ੍ਰਿਪਸ਼ਨ ਲਿਖਿਆ, ਕੁਛ ਸ਼ਿਲਾਲੇਖ ਜਿਹੜੇ ਨੇ ਉਹਨਾਂ ਦੇ ਉੱਪਰ ਕਾफ़ੀ ਕੁਛ ਲਿਖਿਆ ਹੋਇਆ ਹੈ। The first floor was constructed by Qutbuddin Aibak and the rest by Iltutmish। फर्स्ट ਜਿਹੜਾ ਫਲੋਰ ਆ ਉਹ ਕੁਤਬਦੀਨ ਐਬਕ ਨੇ ਕਿਉਂਕਿ ਇਹਨੂੰ ਸਟਾਰਟ ਕੀਤਾ ਸੀਗਾ ਬਣਾਉਣਾ। ਸੋ ਕੁਤਬਦੀਨ ਐਬਕ ਨੇ ਜਿਹੜਾ ਕੁਤਬ ਮੀਨਾਰ ਦੀ ਫਰਸਟ ਫਲੋਰ ਜਿਹੜਾ ਆ ਉਹ ਕੰਸਟਰਕਸ਼ਨ ਉਹਦੀ ਕਰਵਾਈ ਸੀਗੀ। ਉਸ ਤੋਂ ਬਾਅਦ ਜਿਹੜਾ ਆ ਇਲਤੁਤਮਿਸ਼ ਜਿਹੜਾ ਉਹਦਾ ਸਨ ਇਨ ਲਾਅ ਸੀਗਾ ਉਹਨੇ ਇਹਦੀ ਜਿਹੜੀ ਬਾਅਦ ਵਿੱਚ ਜਿਹੜੀਆਂ ਕੁਛ ਬਿਲਡਿੰਗਸ ਜਿਹੜੀਆਂ ਬਣਵਾਈਆਂ ਸੀਗੀਆਂ 1229 ਦੇ ਵਿੱਚ। Over the years, it was damaged by lightning and earthquakes and repaired by Alauddin Khilji, Muhammad Tughlaq, Firoz Shah Tughlaq and Ibrahim Lodi। ਸਮੇਂ ਦੇ ਨਾਲ ਕਿਉਂਕਿ ਕਾफ़ੀ ਪੁਰਾਣੀ ਬਿਲਡਿੰਗ ਹੋਣ ਦੇ ਕਾਰਨ ਕਈ ਵਾਰ ਇਹਦੇ 'ਤੇ ਲਾਈਟਨਿੰਗ ਦੇ ਨਾਲ ਜਾਂ ਅਰਥਕੁਏਕਸ ਆਉਣ ਦੇ ਨਾਲ ਇਹਦੀ ਕਾफ़ੀ ਡੈਮੇਜ ਵੀ ਜਿਹੜੀ ਇਹ ਬਿਲਡਿੰਗ ਹੋਈ ਔਰ ਸਮੇਂ ਦੇ ਜਿਹੜੇ ਉਸ ਟਾਈਮ ਦੇ ਸ਼ਾਸਕ ਸੀਗੇ ਉਹ ਇਸ ਦੀ ਰਿਪੇਅਰ ਵੀ ਜਿਹੜੀ ਆ ਕਰਵਾਉਂਦੇ ਰਹੇ। ਇਹਨਾਂ ਵਿੱਚੋਂ ਅਲਾਉਦੀਨ ਖਲਜੀ ਨੇ ਇਹਦੀ ਰਿਪੇਅਰ ਕਰਾਈ, ਮੁਹੰਮਦ ਤੁਗਲਕ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਇਬਰਾਹਿਮ ਲੋਦੀ ਨੇ ਔਰ ਈਵਨ ਸ਼ੇਰ ਸ਼ਾਹ ਸੂਰੀ ਨੇ ਵੀ ਜਿਹੜੀ ਇਹਦੀ ਰਿਪੇਅਰ ਕਰਵਾਈ। ਸੋ ਇਹ ਇੱਕ ਬਿਲਡਿੰਗ ਕਿਉਂਕਿ ਇਹਦੇ 'ਤੇ ਇਨਸਕ੍ਰਿਪਸ਼ਨ ਲਿਖਿਆ ਬਹੁਤ ਹੀ ਉਸ ਟਾਈਮ ਦੀ ਜੇ ਅਸੀਂ ਗੱਲ ਕਰੀਏ ਤੇ ਇੱਕ ਬਹੁਤ ਉੱਤਮ ਕਲਾ ਦਾ ਇਹਨੂੰ ਨਮੂਨਾ ਕਿਹਾ ਜਾ ਸਕਦਾ ਆ ਕਿਉਂਕਿ ਇਹ ਬਿਲਡਿੰਗ ਜਿਹੜੀ ਬਹੁਤ ਹੀ ਡਿਫਰੈਂਟ ਸਟਾਈਲ ਦੇ ਵਿੱਚ ਬਣਾਈ ਗਈ ਸੀ ਔਰ ਇਸ ਬਿਲਡਿੰਗ 'ਤੇ ਇਹ ਸ਼ਿਲਾਲੇਖ ਜਿਹੜੇ ਲਿਖਣੇ ਕੋਈ ਉਸ ਸਮੇਂ ਸੌਖਾ ਟਾਸਕ ਨਹੀਂ ਸੀ ਕਿਉਂਕਿ ਉਸ ਸਮੇਂ ਕੋਈ ਵੀ ਮਸ਼ੀਨਰੀ ਜਿਹੜੀ ਆ ਉਹ ਅੱਜ ਵਰਗੀ ਜਿਹੜੀ ਕੰਸਟਰਕਸ਼ਨ ਜਿਹੜੀਆਂ ਜਿਸ ਤਰੀਕੇ ਨਾਲ ਹੁੰਦੀ ਹੈ ਉਸ ਤਰੀਕੇ ਦੇ ਨਾਲ ਨਹੀਂ ਸੀ ਹੁੰਦੀ। ਸੋ ਅਰੇਬਿਕ ਭਾਸ਼ਾ ਦੇ ਵਿੱਚ ਇੱਥੇ ਕੁਛ ਲਿਖਿਆ ਹੋਇਆ ਹੈ, ਬਹੁਤ ਹੀ ਇਹਦੀ ਜਿਹੜੀ ਆ ਬਰੀਕੀ ਦੇ ਨਾਲ ਜਿਹੜੀ ਇਹਦੀ ਨਕਾਸ਼ੀ ਕੀਤੀ ਗਈ ਆ। ਸੋ ਅਸੀਂ ਇਸ ਵੀਡੀਓ ਦੇ ਵਿੱਚ ਥੋੜ੍ਹੀ ਹੋਰ ਇੰਟਰੋਡਕਸ਼ਨ ਇਸ ਚੈਪਟਰ ਬਾਰੇ ਕਰਾਂਗੇ। ਫਿਗਰ 1 ਸ਼ੋਜ਼ ਦਾ ਫਸਟ ਬਾਲਕਨੀ ਆਫ ਦਾ ਕੁਤਬ ਮੀਨਾਰ। ਫਸਟ ਜਿਹੜੀ ਉਹੀ ਬਾਲਕਨੀ ਜਿਹੜੀ ਇਹ ਦਿਖਾਈ ਦੇ ਰਹੀ ਆ ਸਾਨੂੰ ਪਿਕਚਰ ਦੇ ਵਿੱਚ, ਇਹ ਕੁਤਬ ਮੀਨਾਰ ਦੀ। Qutbuddin Aibak had this constructed around by 1199। ਕੁਤਬਦੀਨ ਐਬਕ ਨੇ ਜਿਹੜੀ ਇਸ ਬਿਲਡਿੰਗ ਦੀ ਯਾਨੀ ਕਿ ਕੁਤਬ ਮੀਨਾਰ ਦੀ ਜਿਹੜੀ ਆ ਕੰਸਟਰਕਸ਼ਨ ਆ ਉਹ ਤਕਰੀਬਨ 1199 ਦੇ ਆਸ-ਪਾਸ ਜਿਹੜੀ ਉਹ ਸਟਾਰਟ ਕੀਤੀ ਸੀਗੀ। ਨੋਟਿਸ ਦਾ ਪੈਟਰਨ ਕ੍ਰੀਏਟਡ ਅੰਡਰ ਦਾ ਬਾਲਕਨੀ ਬਾਈ ਦਾ ਸਮਾਲ ਅਰਥਸ ਐਂਡ ਜਿਓਮੈਟਰੀਕਲ ਡਿਜ਼ਾਈਨਸ। ਇਹਦੇ ਵਿੱਚ ਨੋਟਿਸ ਕਰਨ ਵਾਲੀ ਗੱਲ ਕੀ ਆ ਕਿ ਇਹ ਜਿਹੜਾ ਪੈਟਰਨ ਜਿਹੜਾ ਕ੍ਰੀਏਟ ਕੀਤਾ ਗਿਆ ਆ ਬਾਲਕਨੀ ਦਾ, ਇਹਦੇ ਵਿੱਚ ਸਮਾਲ ਜਿਹੜੇ ਅਰਥ ਛੋਟੇ ਜਿਹੜੇ ਲਗਾਏ ਗਏ ਔਰ ਜਿਓਮੈਟਰੀਕਲ ਡਿਜ਼ਾਈਨ ਜਿਹੜੇ ਆ ਉਹਦੇ ਤਰੀਕੇ ਦੇ ਨਾਲ ਜਿਹੜੀ ਆ ਇਹਨੂੰ ਤਿਆਰ ਕੀਤਾ ਗਿਆ ਆ। ਬਹੁਤ ਹੀ ਤੁਸੀਂ ਵੇਖੋ ਕਿਤੋਂ ਇਹਦੀ ਸ਼ੇਪ ਜਿਹੜੀ ਆ ਉਹ ਰੈਕਟੈਂਗੂਲਰ ਹੋ ਜਾਂਦੀ ਆ, ਕਿਤੋਂ ਜਿਹੜੇ ਅਰਥਸ ਜਿਹੜੇ ਲਗਾਏ ਗਏ ਨੇ ਅਲੱਗ-ਅਲੱਗ ਤਰੀਕੇ ਦੀ ਜਿਹੜੀ ਇਹਦੇ ਵਿੱਚ ਜਿਹੜਾ ਪੈਟਰਨ ਜਿਹੜਾ ਯੂਜ਼ ਕੀਤਾ ਗਿਆ ਆ। ਸੋ ਉਹ ਬਹੁਤ ਹੀ ਡਿਫਿਕਲਟ ਜਿਹੜਾ ਪੈਟਰਨ ਆ ਇਹਦੇ ਵਿੱਚ ਜਿਹੜਾ ਆ ਉਹ ਲਿਆ ਗਿਆ ਆ। ਕੈਨ ਯੂ ਸੀ 2 ਬੈਂਡਸ ਆਫ ਇਨਸਕ੍ਰਿਪਸ਼ਨ ਅੰਡਰ ਦਾ ਬਾਲਕਨੀ। ਕੀ ਕਹਿੰਦੇ ਤੁਹਾਨੂੰ ਜਿਹੜੇ ਆ 2 ਬੈਂਡਸ ਜਿਹੜੇ ਆ ਬਾਲਕਨੀ ਦੇ ਵਿੱਚ ਜਿਹੜੇ ਇਨਸਕ੍ਰਿਪਸ਼ਨ ਜਿਹੜੇ ਆ ਕਿ ਉਹਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇ ਜਾਂ ਤੁਸੀਂ ਇਹਨੂੰ ਨੋਟਿਸ ਕਰ ਸਕਦੇ ਹੋ। ਦੀਜ਼ ਆਰ ਇਨ ਅਰੇਬਿਕ। ਜੋ ਵੀ ਇੱਥੇ ਲਿਖਿਆ ਗਿਆ ਆ ਇਹਨਾਂ ਬੈਂਡਸ ਦੇ ਉੱਪਰ ਇਹ ਅਰੇਬਿਕ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆ। ਨੋਟਿਸ ਦੈਟ ਦਾ ਸਰਫੇਸ ਆਫ ਦਾ
मीनार इज़ कर्व्ड एंड एंगुलर। नोटिस करने वाली गल आ कि इहदा जिहड़ा सरफेस आ इस बिल्डिंग दा वो मीनार दा जिहड़ा आ वो जां तां कर्व्ड आ और एंगुलर आ। ਉਹਦੇ ਵਿੱਚ ਕਾਫੀ ਜਿਹੜੇ ਕਰਵਸ ਜਿਹੜੇ ਆ ਔਰ ਐਂਗੂਲਰ ਜਿਹੜੇ ਆ ਉਹ ਯੂਜ਼ ਕੀਤੇ ਗਏ ਆ। ਪਲੇਸਿੰਗ ਐਨ ਇਨਸਕ੍ਰਿਪਸ਼ਨ ਔਨ ਸੱਚ ਆ ਸਰਫੇਸ ਰਿਕੁਆਇਰਡ ਗ੍ਰੇਟ ਪ੍ਰੀਸੀਜ਼ਨ। ਇਹ ਇਸ ਤਰ੍ਹਾਂ ਦੀ ਇਨਸਕ੍ਰਿਪਸ਼ਨ ਜਿਹੜੇ ਆ ਸ਼ਿਲਾ ਲੇਖ ਜਿਹੜੇ ਆ ਉਹਨਾਂ ਨੂੰ ਬਣਾਉਣ ਲਈ ਇਸ ਤਰ੍ਹਾਂ ਦੀ ਇੰਨੀ ਉੱਚੀ ਇਮਾਰਤ ਦੇ ਉੱਪਰ ਲਿਖਣ ਵਾਸਤੇ ਬਹੁਤ ਸਾਰੀ ਪ੍ਰੀਸੀਜ਼ਨ ਦੀ ਜਿਹੜੀ ਜ਼ਰੂਰਤ ਪੈਂਦੀ ਆ। ਓਨਲੀ ਦਾ ਮੋਸਟ ਸਕਿਲਡ ਕ੍ਰਾਫਟ ਪਰਸਨ ਕੁਡ ਪਰਫਾਰਮ ਦਿਸ ਟਾਸਕ। ਬਹੁਤ ਹੀ ਜਿਹੜੇ ਸਕਿਲਡ ਜਿਹੜੇ ਕਾਰੀਗਰ ਹੋਣਗੇ ਉਹੀ ਇਸ ਤਰ੍ਹਾਂ ਦਾ ਜਿਹੜਾ ਟਾਸਕ ਹੈ ਉਹਨੂੰ ਪੂਰਾ ਕਰ ਸਕਦੇ ਨੇ। ਅਦਰਵਾਈਜ਼ ਉਸ ਟਾਈਮ 'ਤੇ ਅੱਜ ਤੋਂ 900,000 ਸਾਲ ਪਹਿਲਾਂ ਜੇ ਅਸੀਂ ਗੱਲ ਕਰੀਏ ਉਸ ਸਮੇਂ ਜਿਹੜੇ ਆ ਇਸ ਤਰ੍ਹਾਂ ਦਾ ਟਾਸਕ ਪੂਰਾ ਕਰਨਾ, ਇੰਨੀ ਉੱਚੀ ਬਿਲਡਿੰਗ ਬਣਾਉਣਾ ਹੀ ਬੜਾ ਵੱਡਾ ਟਾਸਕ ਸੀਗਾ। ਔਰ ਉਸ ਤੋਂ ਉੱਪਰ ਕਿ ਉਹਦੇ 'ਤੇ ਇੰਨੀ ਨਕਾਸ਼ੀ ਕਰਨੀ, ਇੰਨਾ ਜਿਹੜਾ ਉੱਥੇ ਇਨਸਕ੍ਰਿਪਸ਼ਨ ਜਿਹੜੀਆਂ ਇਨਸਕ੍ਰਿਪਸ਼ਨ ਦੇ ਉੱਪਰ ਲਿਖਣਾ ਬੜੀ ਬਰੀਕੀ ਦੇ ਨਾਲ, ਉਹ ਬਹੁਤ ਵੱਡੀ ਜਿਹੜੀ ਗੱਲ ਸੀਗੀ। ਬਹੁਤ ਜਿਹੜੇ ਟੈਲੈਂਟਡ ਜਿਹੜੇ ਕਾਰੀਗਰ ਸੀਗੇ ਉਹ ਇਸ ਚੀਜ਼ ਨੂੰ ਪੂਰਾ ਕਰ ਸਕਦੇ ਸੀਗੇ। ਰਿਮੈਂਬਰ ਦੈਟ ਵੈਰੀ ਫਿਊ ਬਿਲਡਿੰਗਸ ਵਰ ਮੇਡ ਆਫ ਸਟੋਨਸ ਔਰ ਬ੍ਰਿਕਸ 800 ਈਅਰਸ ਅਗੋ। ਯਾਦ ਰੱਖਣ ਵਾਲੀ ਗੱਲ ਇਹ ਆ ਕਿ ਉਸ ਸਮੇਂ 'ਤੇ ਜਿਹੜੀਆਂ ਬਹੁਤ ਹੀ ਘੱਟ ਜਿਹੜੇ ਪੱਥਰਾਂ ਦੇ ਅਤੇ ਇੱਟਾਂ ਦੇ ਘਰ ਜਿਹੜੇ ਬਣਦੇ ਸੀ ਅੱਜ ਤੋਂ 800-900 ਸਾਲ ਪਹਿਲਾਂ, ਕਿਉਂਕਿ ਉਸ ਟਾਈਮ 'ਤੇ ਕੱਚੇ ਘਰ ਜਿਹੜੇ ਬਣਾਏ ਜਾਂਦੇ ਸੀ। ਇਸ ਤਰ੍ਹਾਂ ਦੀ ਜਿਹੜੀ ਪੱਥਰਾਂ ਵਾਲੀ ਜਾਂ ਬ੍ਰਿਕਸ ਵਾਲੀਆਂ ਜਿਹੜੀਆਂ ਬਿਲਡਿੰਗ ਸੀਗੀਆਂ ਉਹ ਬਹੁਤ ਹੀ ਔਖਾ ਕੰਮ ਸੀਗਾ। ਰਾਜੇ ਮਹਾਰਾਜੇ ਹੀ ਇਹ ਕੰਮ ਜਿਹੜੇ ਆ ਉਹ ਕਰ ਸਕਦੇ ਸੀਗੇ। ਇੰਨੇ ਦੂਰੋਂ ਜਿਹੜੇ ਆ ਪੱਥਰਾਂ ਨੂੰ ਲੈ ਕੇ ਆਉਣਾ, ਕਿਉਂਕਿ ਟਰਾਂਸਪੋਰਟ ਦੇ ਸਾਧਨ ਨਹੀਂ ਸੀਗੇ। ਦੂਰ ਜਗ੍ਹਾ ਤੋਂ ਪੱਥਰਾਂ ਦੀ ਢੋਆ ਢੁਆਈ ਕਰਨੀ ਹੀ ਬਹੁਤ ਔਖੀ ਗੱਲ ਸੀਗੀ। What would have been the impact of a buildings like the Qutub Minar and observes in the 13th century? ਕੀ ਇੰਪੈਕਟ ਜਿਹੜਾ ਇਸ ਤਰ੍ਹਾਂ ਦੀ ਬਿਲਡਿੰਗ ਜਿਵੇਂ ਕਿ ਕੁਤਬ ਮੀਨਾਰ ਵਰਗੀ ਜਿਹੜੀ ਬਿਲਡਿੰਗ ਸੀਗਾ ਉਹਦਾ ਕੀ ਅਸਰ ਜਿਹੜਾ ਆ ਪਿਆ ਹੋਊਗਾ ਜੋ 13th ਸੈਂਚਰੀ ਦੇ ਉੱਪਰ। Between the 8th and the 18th century, kings and their officers built two kinds of structure. ਹੁਣ ਇੱਕ ਜਿਹੜੀ ਹੋਰ ਗੱਲ ਤੁਹਾਨੂੰ ਦੱਸਣ ਵਾਲੀ ਆ ਕਿ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਤਕਰੀਬਨ 10 ਸਦੀਆਂ ਤੱਕ 10 ਸੈਂਚਰੀਜ਼ ਤੱਕ ਜਿਹੜੇ ਰਾਜੇ ਸੀਗੇ ਔਰ ਉਹਨਾਂ ਦੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਦੋ ਤਰ੍ਹਾਂ ਦੀਆਂ ਜਿਹੜੇ ਸਟਰਕਚਰ ਆ ਜਿਹੜੇ ਬਣਾਏ, ਦੋ ਤਰ੍ਹਾਂ ਦੀਆਂ ਬਿਲਡਿੰਗਸ ਜਿਹੜੀਆਂ ਖਾਸ ਕਰਕੇ ਉਹ ਬਣਵਾਈਆਂ। ਉਹ ਕਿਹੜੀ ਦੋ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ? The first were forts, palaces, garden residences and tombs, safe, protected and grandiose places of rest in this world and the next. ਪਹਿਲੀ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ ਉਹ ਸੀਗੇ ਕਿਲੇ, ਮਹਿਲ, ਗਾਰਡਨ, ਰਿਹਾਇਸ਼ੀ ਜਿਹੜੇ ਇਲਾਕੇ। ਇਸ ਤੋਂ ਇਲਾਵਾ ਜਿਹੜੀਆਂ ਟੋਮਸ ਜਿਹੜੀਆਂ ਕਬਰਾਂ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਸ ਬਣਾਈਆਂ ਜਾਂਦੀਆਂ ਸੀਗੀਆਂ ਇਹ ਰਾਜੇ ਮਹਾਰਾਜੇ ਆਪਣੇ ਵਾਸਤੇ ਜਿਹੜੇ ਬਣਾਉਂਦੇ ਸੀਗੇ, ਕਿਲੇ ਬਣਾਉਂਦੇ ਸੀਗੇ ਤਾਂ ਕਿ ਉਹ ਦੁਸ਼ਮਣ ਫੌਜ ਤੋਂ ਆਪਣੀ ਰੱਖਿਆ ਕਰ ਸਕਣ ਆਪਣੇ ਸਾਮਰਾਜ ਦੀ। ਮਹਿਲ ਬਣਾਉਂਦੇ ਸੀ ਆਪਣੇ ਰਹਿਣ ਵਾਸਤੇ। ਇਸ ਤੋਂ ਇਲਾਵਾ ਉਹ ਆਪਣੇ ਘੁੰਮਣ ਫਿਰਨ ਵਾਸਤੇ ਸ਼ਾਹੀ ਪਰਿਵਾਰਾਂ ਵਾਸਤੇ ਗਾਰਡਨ ਬਣਾਉਂਦੇ ਸੀਗੇ, ਰੈਜ਼ੀਡੈਂਸਿਸ ਬਣਾਉਂਦੇ ਸੀਗੇ, ਰਿਹਾਇਸ਼ੀ ਇਲਾਕੇ ਬਣਾਉਂਦੇ ਸੀਗੇ। ਇਸ ਤੋਂ ਇਲਾਵਾ ਕਬਰ ਬਣਾਉਂਦੇ ਸੀਗੇ ਜਦੋਂ ਉਹਨਾਂ ਦਾ ਕੋਈ ਰਾਣੀ, ਕੋਈ ਰਾਜਕੁਮਾਰ ਜਾਂ ਕੋਈ ਸ਼ਾਹੀ ਪਰਿਵਾਰ ਦੇ ਵਿੱਚੋਂ ਜਾਂ ਜਿਹੜੇ ਸੇਂਟ ਹੁੰਦੇ ਸੀਗੇ, ਸੰਤ ਹੁੰਦੇ ਸੀਗੇ, ਉਹਨਾਂ ਵਾਸਤੇ ਕਬਰਾਂ ਜਿਹੜੀਆਂ ਬਣਵਾਈਆਂ ਜਾਂਦੀਆਂ ਸੀ। ਔਰ ਉਹਨਾਂ ਕਬਰਾਂ ਦੇ ਉੱਪਰ ਬਹੁਤ ਖੂਬਸੂਰਤ ਜਿਹੜੀਆਂ ਕਈ ਵਾਰ ਬਿਲਡਿੰਗਸ ਬਣਾਈਆਂ ਜਾਂਦੀਆਂ ਸੀਗੀਆਂ ਤਾਂ ਕਿ ਉਸ ਸ਼ਾਸਕ ਨੂੰ, ਉਸ ਮਹਾਰਾਣੀ ਨੂੰ, ਰਾਣੀ ਨੂੰ, ਰਾਜਕੁਮਾਰ, ਰਾਜਕੁਮਾਰੀ ਜੋ ਵੀ ਸ਼ਾਹੀ ਪਰਿਵਾਰ ਦੇ ਲੋਕ ਸਨ ਉਹਨਾਂ ਨੂੰ ਜਿਹੜਾ ਆ ਉਸ ਕਬਰ ਦੇ ਵਿੱਚ ਜਿਹੜਾ ਤਾਂ ਰੱਖਿਆ ਹੀ ਜਾਂਦਾ ਸੀਗਾ ਔਰ ਉੱਪਰ ਸੋਹਣੀ ਬਿਲਡਿੰਗ ਬਣਾਈ ਜਾਂਦੀ ਸੀ ਤਾਂ ਕਿ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਇਹ ਬਿਲਡਿੰਗਸ ਜਿਹੜੀਆਂ ਉਹ ਆਪਣੇ ਵਾਸਤੇ ਬਣਾਉਂਦੇ ਸਨ, ਆਪਣੀ ਸੁੱਖ ਸਹੂਲਤਾਂ ਵਾਸਤੇ, ਔਰ ਤਾਂ ਕਿ ਉਹ ਆਪਣੇ ਆਪ ਨੂੰ ਸੇਫ, ਪ੍ਰੋਟੈਕਟਡ ਐਂਡ ਜਿਹੜਾ ਆ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਜਿਹੜਾ ਇਸ ਵਰਲਡ ਦੇ ਵਿੱਚ ਵੀ ਰਹਿ ਸਕਣ ਅਤੇ ਨੈਕਸਟ ਵਰਲਡ ਦੇ ਵਿੱਚ ਵੀ ਉਹ ਚੰਗੇ ਤਰੀਕੇ ਦੇ ਨਾਲ ਰਹਿ ਸਕਣ। ਦ ਸੈਕਿੰਡ ਵਾਸ ਸਟਰਕਚਰ ਮੈਂਟ ਫॉर ਪਬਲਿਕ ਐਕਟੀਵਿਟੀ। ਇਹ ਤਾਂ ਸੀਗੀਆਂ ਪ੍ਰਾਈਵੇਟ ਸਟਰਕਚਰ, ਇਹ ਤਾਂ ਪ੍ਰਾਈਵੇਟ ਹੋ ਗਏ ਕਿ ਇਹਨਾਂ ਲੋਕਾਂ ਵਾਸਤੇ, ਸ਼ਾਸਕਾਂ ਦੇ ਆਪਣੇ ਵਾਸਤੇ। ਹੁਣ ਉਹ ਪ੍ਰਜਾ ਵਾਸਤੇ ਜਿਹੜੇ ਪ੍ਰਾਈਵੇਟ ਪ੍ਰਾਪਰਟੀ ਜਿਹੜੀ ਬਣਾਉਂਦੇ ਸੀਗੇ, ਪ੍ਰਾਈਵੇਟ ਜਿਹੜੀਆਂ ਬਿਲਡਿੰਗਸ ਬਣਾਉਂਦੇ ਸੀਗੀਆਂ ਉਹ ਕਿਹੜੀਆਂ ਸੀਗੀਆਂ? ਉਹਦੇ ਵਿੱਚ ਸੀਗੇ ਟੈਂਪਲ, ਮੌਸਕਿਸ, ਟੈਂਕਸ, ਵੈਲਸ, ਕਾਰਾਵੈਂਸਰੀਜ਼ ਐਂਡ ਬਾਜ਼ਾਰਸ। ਮੰਦਰ ਇਹਦੇ ਵਿੱਚ ਪਬਲਿਕ ਵਾਸਤੇ ਬਣਾਏ ਜਾਂਦੇ ਸਨ। ਮਸਜਿਦ ਜਿਹੜੇ ਮੁਸਲਮਾਨ ਲੋਕ ਸੀ ਉਹਨਾਂ ਵਾਸਤੇ, ਹਿੰਦੂਆਂ ਵਾਸਤੇ ਮੰਦਰ।
ਟੈਂਕਸ ਜਿਹੜੇ ਪਾਣੀ ਵਾਸਤੇ ਬਣਾਏ ਜਾਂਦੇ ਸੀਗੇ, ਖੂਹ ਬਣਾਏ ਜਾਂਦੇ ਸੀਗੇ। ਕਾਰਾਵੈਂਸਟਰੀਜ਼ ਜਿਹੜੀਆਂ ਕਿ ਜਿਹੜੇ ਆਰਾਮ ਘਰ ਬਣਾਏ ਜਾਂਦੇ ਸੀ, ਜਿਹੜੇ ਰਾਹਗੀਰ ਹੁੰਦੇ ਸੀ ਉਹਨਾਂ ਵਾਸਤੇ ਆਰਾਮ ਘਰ ਬਣਾਏ ਜਾਂਦੇ ਸੀ, ਤਾਂ ਕਿ ਕਿਉਂਕਿ ਲੰਬੀ ਦੂਰੀ 'ਤੇ ਲੋਕ ਤੁਰ ਕੇ ਆਉਂਦੇ ਸੀਗੇ ਅਤੇ ਉਹਨਾਂ ਵਿੱਚ ਉਹ ਆਰਾਮ ਕਰ ਸਕਣ। ਇਸ ਤੋਂ ਇਲਾਵਾ ਬਾਜ਼ਾਰ ਲੋਕਾਂ ਵਾਸਤੇ ਬਣਾਏ ਜਾਂਦੇ ਸੀ। ਇਹ ਜਿਹੜੇ ਸ਼ਾਸਕ ਸੀਗੇ ਇਹ ਜਿਹੜੀਆਂ ਬਿਲਡਿੰਗ ਸੀ ਉਹ ਬਣਾਉਂਦੇ ਸੀਗੇ ਆਪਣੀ ਪ੍ਰਜਾ ਵਾਸਤੇ। ਕਿੰਗਸ ਵਰ ਐਕਸਪੈਕਟਡ ਟੂ ਕੇਅਰ ਫॉर देयर ਸਬਜੈਕਟਸ ਐਂਡ ਬਾਈ ਮੇਕਿੰਗ ਸਟਰਕਚਰ ਫॉर देयर ਯੂਜ਼ ਐਂਡ ਕੰਫਰਟ। ਰਾਜੇ ਜਿਹੜੇ ਆ ਉਹ ਇਹ ਐਕਸਪੈਕਟ ਕਰਦੇ ਸੀਗੇ ਕਿ ਇਹਨਾਂ ਵਿਸ਼ਿਆਂ 'ਤੇ, ਇਹਨਾਂ ਸਬਜੈਕਟਸ 'ਤੇ ਜਾਂ ਬਹੁਤ ਆਪਣੀ ਪ੍ਰਜਾ ਦੀ ਜਿਹੜੀ ਆ ਕੇਅਰ ਕਰਨ ਵਾਸਤੇ ਔਰ ਇਹ ਜਿਹੜੇ ਸਟਰਕਚਰ ਬਣਾਏ ਜਾਂਦੇ ਸੀਗੇ ਕੁਛ ਆਪਣੇ ਉਹ ਆਰਾਮ ਵਾਸਤੇ, ਕੁਛ ਆਪਣੀ ਪ੍ਰਜਾ ਦੀ ਸੁੱਖ ਸਹੂਲਤ ਵਾਸਤੇ ਇਹ ਬਣਾਏ ਜਾਂਦੇ ਸੀ। ਰੂਲਸ ਹੋਪ ਟੂ ਵਿਨ देयर ਪ੍ਰੇਜ਼। ਰਾਜੇ ਚਾਹੁੰਦੇ ਸੀ ਕਿ ਪ੍ਰਜਾ ਜਿਹੜੀ ਆ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰੂਗੀ ਜਦੋਂ ਉਹ ਬਹੁਤ ਸੋਹਣੀਆਂ ਬਿਲਡਿੰਗਸ ਜਿਹੜੀਆਂ ਬਣਾਉਣਗੇ ਔਰ ਉਹ ਕਹਿਣਗੇ ਕਿ ਇਸ ਤਰ੍ਹਾਂ ਦੀ ਕਿਸੇ ਨੇ ਪਹਿਲਾਂ ਬਿਲਡਿੰਗ ਜਿਹੜੀ ਨਹੀਂ ਬਣਾਈ ਜਿਸ ਤਰ੍ਹਾਂ ਦੀ ਉਹਨਾਂ ਦੇ ਹੁਣ ਸੁਲਤਾਨ ਨੇ ਜਿਹੜੀ ਆ ਉਹ ਬਣਾਈ ਆ। ਕੰਸਟਰਕਸ਼ਨ ਐਕਟੀਵਿਟੀ ਵਾਜ਼ ਆਲਸੋ ਕੈਰੀਡ ਆਊਟ ਬਾਈ ਅਦਰਸ ਇਨਕਲੂਡਿੰਗ ਮਰਚੈਂਟਸ। ਕੰਸਟਰਕਸ਼ਨ ਜਿਹੜੀ ਐਕਟੀਵਿਟੀ ਸੀਗੀ ਉਹਦੇ ਵਾਸਤੇ ਜਿਹੜਾ ਸਮਾਨ ਆ ਬਹੁਤ ਦੂਰੋਂ ਕਿਉਂਕਿ ਲੈ ਕੇ ਆਉਣਾ ਪੈਂਦਾ ਸੀ, ਟਰਾਂਸਪੋਰਟ ਦੇ ਇੰਨੇ ਕੋਈ ਸਾਧਨ ਨਹੀਂ ਸੀਗੇ। ਉਹਦੇ ਵਿੱਚ ਵਪਾਰੀ ਲੋਕ ਜਿਹੜੇ ਸੀਗੇ ਦੂਰੋਂ ਜਿਹੜਾ ਆ ਸਮਾਨ ਉਹ ਲੈ ਕੇ ਆਉਂਦੇ ਸੀਗੇ ਤਾਂ ਕਿ ਬਿਲਡਿੰਗਸ ਜਿਹੜੀਆਂ ਬਣਾਈਆਂ ਜਾ ਸਕਣ। ਦੇ ਬਿਲਡ ਟੈਂਪਲਸ, ਮੌਸਕਸ ਐਂਡ ਵੈਲਸ। ਉਹ ਕੀ ਬਣਾਉਂਦੇ ਸੀਗੇ? ਮੰਦਰ, ਮਸਜਿਦਸ ਅਤੇ ਖੂਹ ਵਗੈਰਾ ਜਿਹੜੇ ਬਣਾਉਂਦੇ ਸੀਗੇ। ਹਾਊਐਵਰ ਡੋਮੈਸਟਿਕ ਆਰਕੀਟੈਕਚਰਸ, ਲਾਰਜ ਮੈਨਸ਼ਨਸ of merchants has survived only from the 18th century। ਡੋਮੈਸਟਿਕ ਜਿਹੜਾ ਆਰਕੀਟੈਕਚਰ ਦਾ ਜਿਹੜਾ ਆ ਲਾਰਜਰ ਜਿਹੜੀਆਂ ਮੈਨਸ਼ਨ, ਜਿਹੜੀਆਂ ਵੱਡੀਆਂ ਹਵੇਲੀਆਂ ਜਿਹੜੀਆਂ ਬਣਾਉਣੀਆਂ ਉਹ ਵਪਾਰੀਆਂ ਦੀਆਂ ਜਾਂ ਜਿਹੜੇ ਸ਼ਾਹੀ ਲੋਕ ਹੁੰਦੇ ਸਨ ਜਾਂ ਜਿਨ੍ਹਾਂ ਨੂੰ ਜਗੀਰਦਾਰ ਕਿਹਾ ਜਾਂਦਾ ਆ ਜਾਂ ਜਿਹੜੇ ਲੋਕ ਜਿਹੜੇ ਆ ਰਾਜੇ ਦੇ ਮੰਤਰੀ ਹੁੰਦੇ ਸਨ, ਵੱਡੇ ਅਮੀਰ ਸਰਦਾਰ ਹੁੰਦੇ ਸਨ, ਉਹ ਵੱਡੀਆਂ ਹਵੇਲੀਆਂ ਆਪਣੇ ਵਾਸਤੇ ਜਿਹੜੀਆਂ ਬਣਾਉਂਦੇ ਸੀਗੇ। ਸੋ ਇਹ 18th ਸੈਂਚੁਰੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕਾਫੀ ਜਿਹੜਾ ਇੱਕ ਸਟਾਰਟ ਜਿਹੜਾ ਹੋ ਚੁੱਕਿਆ ਸੀਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਲਡਿੰਗਸ ਜਿਹੜੀਆਂ ਬਣਨੀਆਂ। ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਕਰਾਂਗੇ। ਆਈ ਹੋਪ ਤੁਸੀਂ ਅੰਡਰਸਟੈਂਡ ਕੀਤਾ ਹੋਊਗਾ ਕਿ ਕਿਸ ਟਾਈਪ ਦੀਆਂ ਬਿਲਡਿੰਗਸ ਜਿਹੜੀਆਂ ਆ ਇਸ ਸਮੇਂ ਦੇ ਦੌਰਾਨ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ 8th ਸੈਂਚੁਰੀ ਤੋਂ ਲੈ ਕੇ 18th ਸੈਂਚੁਰੀ ਦੇ ਵਿੱਚ, ਯਾਨੀ ਕਿ ਜਿਹੜਾ ਮੱਧਵਰਗੀ ਜਿਹੜਾ ਇਹ ਪੀਰੀਅਡ ਸੀਗਾ, ਮੈਡੀਵਲ ਜਿਹੜਾ ਪੀਰੀਅਡ ਆ ਉਹਦੇ ਵਿੱਚ ਜਿਹੜੀਆਂ ਕਿਸ ਤਰੀਕੇ ਦੀਆਂ ਬਿਲਡਿੰਗਸ ਜਿਹੜੀਆਂ ਆ ਉਹ ਬਣਨੀਆਂ ਸਟਾਰਟ ਹੋਈਆਂ। ਥੈਂਕ ਯੂ ਫॉर ਵਾਚਿੰਗ ਵੀਡੀਓ।